टीवी देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਮੈਂ ਹਾਂ ਤੁਹਾਡੀ ਹੋਸਟ ਰਾਖੀ ਤੇ ਅਸੀਂ ਤੁਹਾਡੇ ਲਈ ਸ਼ੋਅ ਲੈ ਕੇ ਆਏ ਨੇ ਨੋ ਯੋਰ ਰਾਈਟਸ। ਜਿੱਦਾਂ ਕਿ ਅਸੀਂ ਜਾਣਦੇ ਨੇ ਹਰ ਇੱਕ ਦੇਸ਼ ਦੇ ਵਿੱਚ ਉੱਥੇ ਦੇ ਤੌਰ ਤਰੀਕਿਆਂ ਦੇ ਹਿਸਾਬ ਨਾਲ ਅਲੱਗ-ਅਲੱਗ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਜਾਂਦੇ ਨੇ। ਉੱਦਾਂ ਹੀ ਜੇ ਅਸੀਂ ਗੱਲ ਕਰੀਏ ਨਾਰਥ ਅਮਰੀਕਾ ਦੀ ਤੇ ਇੱਥੇ ਵੀ ਉੱਦਾਂ ਹੀ ਇੱਥੇ ਦੇ ਹਿਸਾਬ ਨਾਲ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਗਏ ਨੇ। ਤੇ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਮਿਲਾਵਾਂਗੇ ਉਹਨਾਂ ਸਾਰੀਆਂ ਸ਼ਖਸੀਅਤਾਂ ਨਾਲ ਜੋ ਸਾਨੂੰ ਜਾਣਕਾਰੀ ਦੇਣਗੇ ਇੱਥੇ ਦੇ ਤੌਰ ਤਰੀਕਿਆਂ ਦੇ ਤੇ ਇੱਥੇ ਦੇ ਰੂਲਸ ਐਂਡ ਰੈਗੂਲੇਸ਼ਨਸ ਬਾਰੇ। ਹੁਣ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬੋਬੀ ਟੁਟੋਣਿਆਂ ਦੇ ਨਾਲ, ਜਿਨ੍ਹਾਂ ਕੋਲ ਲਗਭਗ 20 ਸਾਲ ਤੋਂ ਵੀ ਵੱਧ ਐਕਸਪੀਰੀਅੰਸ ਆ, ਤਜਰਬਾ ਆ ਇਸੇ ਫੀਲਡ ਦੇ ਵਿੱਚ। ਬੋਬੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆ ਤੁਹਾਡੇ ਇਸ ਸ਼ੋਅ ਦੇ ਵਿੱਚ। ਥੈਂਕ ਯੂ ਵੈਰੀ ਮਚ, ਸ਼ੁਕਰੀਆ ਜੀ, ਤੁਸੀਂ ਸਾਨੂੰ ਬੁਲਾਇਆ ਔਰ ਕਾਫੀ ਅੱਛਾ ਵੀ ਲੱਗਿਆ ਆ ਕੇ ਇੱਥੇ ਸਟੂਡੀਓ ਦੇ ਵਿੱਚ। ਹਾਂਜੀ ਸਰ, ਮੈਂ ਤੁਹਾਨੂੰ ਥੋੜ੍ਹਾ ਜਿਹਾ ਤੁਹਾਡੀ ਜਰਨੀ ਬਾਰੇ ਪੁੱਛਣਾ ਚਾਹੂੰਗੀ ਤੇ ਤੁਹਾਡੀਆਂ ਸਰਵਿਸਿਜ਼ ਐਂਡ ਤੁਹਾਡੇ ਕਿਤੇ ਕਿਤੇ ਆਫਿਸਿਸ ਨੇ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। ਥੈਂਕ ਯੂ, ਜ਼ਰੂਰ ਜੀ। ਸਾਡੀਆਂ ਸਰਵਿਸ ਜਿਹੜੀ ਅਸੀਂ ਪ੍ਰੋਵਾਈਡ ਕਰਦੇ ਹਾਂ ਅੰਡਰ ਦ TRG ਲੀਗਲ ਸਰਵਿਸਿਜ਼, ਪੈਰਾਲੀਗਲ ਫਰਮ ਹੈ ਜੀ ਇਹ। ਪੈਰਾਲੀਗਲ ਦੇ ਵਿੱਚ ਅਸੀਂ ਟ੍ਰੈਫਿਕ ਕੋਰਟ ਹੋ ਗਿਆ, ਤੁਹਾਡਾ ਸਮਾਲ ਕਲੇਮਸ ਕੋਰਟ ਹੋ ਗਿਆ, ਲੈਂਡਲੋਰਡ ਟੈਨੈਂਟ ਬੋਰਡ ਹੋ ਗਿਆ, ਐਨੀ ਟ੍ਰਾਈਬਿਊਨਲ, ਕੋਈ ਵੀ WSIB ਦੀ ਇਸ਼ੂ ਹੈਗਾ, CPP ਦਾ ਇਸ਼ੂ ਆ, ਇਹ ਜਿਹੜਾ ਕਿ TRG ਲੀਗਲ ਸਰਵਿਸਿਜ਼ ਅੰਡਰ ਪ੍ਰੋਵਾਈਡ ਕੀਤਾ ਜਾਂਦਾ। ਫਿਰ ਦੂਸਰੀ ਕੰਪਨੀ ਸਾਡੀ ਜਿਹੜੀ ਉਹ ਜੂਰਿਸ ਲਿਟੀਗੇਟਰਸ ਹੈਗੀ ਆ, ਜਿਹੜੀ ਕਿ ਲਿਟੀਗੇਸ਼ਨ, ਉਹਦੇ 'ਚ ਅਸੀਂ ਕੋਈ ਵੀ ਲਿਟੀਗੇਸ਼ਨ ਹੈਗੀ ਆ, ਤੁਹਾਡੀ ਰਿਫਿਊਜੀ ਕਲੇਮੈਂਟ ਦੀ ਕੋਈ ਵੀ ਰਿਫਿਊਜ਼ਲ ਆ ਜਿਹੜਾ ਕਿ ਜੁਡੀਸ਼ੀਅਲ ਰਿਵਿਊ ਵੀ ਕਰਨਾ, ਉਹਦੇ ਵਾਸਤੇ ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਤੁਹਾਡੀ ਰੀਅਲ ਸਟੇਟ ਦੀ ਕੋਈ ਵੀ ਲਿਟੀਗੇਸ਼ਨ ਹੋਵੇ ਜਾਂ ਕਲੋਜ਼ਿੰਗ ਹੋਵੇ, ਅਸੀਂ ਉਹਦੇ 'ਚ ਵੀ ਤੁਹਾਡੀ ਹੈਲਪ ਕਰਦੇ ਹਾਂ। ਜਾਂ ਤੁਹਾਡਾ ਕੋਈ ਵੀ ਫੈਮਿਲੀ ਮੈਟਰ ਹੋਵੇ, ਡਿਵੋਰਸ ਹੋਵੇ ਜਾਂ ਸੈਪਰੇਸ਼ਨ ਐਗਰੀਮੈਂਟ ਹੋਣ, ਕੰਟੈਸਟਡ ਅਨਕੰਟੈਸਟਡ। ਦੇਖੋ ਕਈ ਸਾਡੇ ਹੁੰਦੇ ਨੇ ਸਾਡੇ ਭੈਣ ਭਰਾ ਇਸ ਸਰਵਿਸਿਜ਼ 'ਚ ਕੋਰਟ 'ਚ ਆ ਕੇ ਨਹੀਂ ਰਾਜੀ। ਸਾਡਾ ਕੰਮ ਹੈਗਾ ਲਿਟੀਗੇਸ਼ਨ ਕਰਨਾ ਐਂਡ ਰਿਜ਼ੋਲਵ ਕਰਨਾ। ਅਤੇ ਜਿੱਥੇ ਫੈਮਿਲੀ ਦਾ ਮੈਟਰ ਆਉਂਦਾ, ਅਸੀਂ ਸਰਟੀਫਾਈਡ ਮੀਡੀਏਟਰ ਵੀ ਹੈਗੇ ਹਾਂ, ਜਿਹੜੇ ਕਿ ਅਸੀਂ ਮੀਡੀਏਸ਼ਨ ਕਲਾਇੰਟ ਵਾਸਤੇ ਵੀ ਕਰਦੇ ਹਾਂ, ਉਹਨੂੰ ਸਰਵਿਸਿਜ਼ ਉਸ ਤਰੀਕੇ ਦੀ ਪ੍ਰੋਵਾਈਡ ਵੀ ਕਰੀ ਦੀ ਜੀ। ਓਕੇ ਸਰ, ਜਿੱਦਾਂ ਕਿ ਤੁਸੀਂ ਮੈਂਸ਼ਨ ਕੀਤਾ ਤੁਹਾਡੀ ਆਲਮੋਸਟ 3 ਕੰਪਨੀਜ਼ ਨੇ ਜੋ ਤੁਸੀਂ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਦੇ ਹੋ। ਇੱਦਾਂ ਹੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਤੁਸੀਂ ਤੁਹਾਡੇ ਅੰਡਰ ਕਿੰਨੇ ਲਾਇਰਸ ਕੰਮ ਕਰਦੇ ਨੇ ਅਤੇ ਤੁਸੀਂ ਕਿੱਦਾਂ ਵਰਕਆਊਟ ਕਰਦੇ ਹੋ ਇਸ ਸਾਰੀਆਂ ਕੰਪਨੀਆਂ ਨੂੰ, ਕਿੱਦਾਂ ਹੈਂਡਲ ਆਊਟ ਕਰਦੇ ਹੋ? ਇਹਨਾਂ ਨੂੰ ਹੈਂਡਲ ਕਰਨਾ ਇੱਕ ਆਪਣੇ ਆਪ 'ਚ ਇੱਕ ਚੈਲੰਜ ਹੈਗਾ ਆ ਜੀ। ਕਈ ਵਾਰ ਇਹ ਵੀ ਸੋਚੀਦਾ ਕਿ ਜਿਹੜਾ ਇਸ ਕੰਮ ਦੇ ਵਿੱਚ ਜਦੋਂ ਸਟਾਰਟ ਕੀਤਾ ਸੀਗਾ ਟੂ ਪ੍ਰੋਵਾਈਡ ਲੀਗਲ ਸਰਵਿਸਿਜ਼ ਐਂਡ ਦੈਨ ਟਰਨ ਇਨ ਟੂ ਮੈਨੇਜਿੰਗ ਦ ਕੰਪਨੀਜ਼। ਮੈਂ basically as a marketing, I love marketing, talking to people, not I wouldn't say calling or talking to people as a marketing, as a networking. TRG services ਜਿਹੜੀ ਹੈਗੀ ਆ is a paralegal service provided, ਜਿਹਦੇ 'ਚ ਕਿ anything, even the small claims court ਜਿਹੜਾ ਕਿ up to $35,000 ਤੱਕ ਦਾ ਕਲੇਮ ਜਿਹੜਾ ਹੈਗਾ ਆ ਉਹ ਅਸੀਂ ਹੈਂਡਲ ਕਰਦੇ ਹਾਂ। ਲੈਂਡਲੋਰਡ ਟੈਨੈਂਟ ਬੋਰਡ ਹੋ ਗਿਆ, ਟ੍ਰੈਫਿਕ ਕੋਡ ਮੈਟਰ ਹੋ ਗਿਆ, ਐਕਸੀਡੈਂਟ ਬੈਨੀਫਿਟ ਜਿਹੜੇ ਕਿ ਕਾਰ ਇੰਜਰੀਜ਼ ਕਲੇਮ ਹੋ ਗਈਆਂ, ਸ਼ੋਰਟ ਟਰਮ ਡਿਸੇਬਿਲਟੀ ਹੋ ਗਈ, ਲੌਂਗ ਟਰਮ ਡਿਸੇਬਿਲਟੀ ਹੋ ਗਈ। ਅਤੇ ਉਹਦੇ ਜਿਹੜਾ ਸਟਾਫ ਹੈਗਾ ਆ ਉਹਨਾਂ ਦੀ ਸਕੋਪ ਆਫ ਪ੍ਰੈਕਟਿਸ ਜਿਹੜੀ ਹੈਗੀ ਆ ਇਜ਼ ਓਨਲੀ ਟੂ ਪ੍ਰੋਵਾਈਡ ਅ ਪੈਰਾਲੀਗਲ ਸਰਵਿਸਿਜ਼। ਅਗਰ ਕਿਸੇ ਵੀ ਸਾਡੇ ਕਲਾਇੰਟ ਨੂੰ ਉਸ ਕੰਪਨੀ ਅਧੀਨ ਲਾਇਰ ਦੀ ਸਰਵਿਸ ਚਾਹੀਦੀ ਹੈਗੀ ਆ, ਵੀ ਡੂ ਪ੍ਰੋਵਾਈਡ, ਪਰ ਡਿਫੀਸ਼ੀਏਟ ਇਹ ਹੁੰਦਾ ਕਿ ਦੇਖੋ ਪੈਰਾਲੀਗਲ ਸਰਵਿਸ ਥੋੜ੍ਹੀ ਚੀਪ ਹੈਗੀ ਆ, ਲਾਇਰ ਦੀ ਸਰਵਿਸ ਐਕਸਪੈਂਸਿਵ ਹੋ ਜਾਂਦੀ ਆ। ਫਿਰ ਜਿਹੜੀ ਟੀਮ ਦੀ ਤੁਸੀਂ ਗੱਲ ਕੀਤੀ ਆ, ਅਗਰ ਇਕੱਲਾ TRG ਦੀ ਅਸੀਂ ਨਾਲ ਲੈਂਦੇ ਹਾਂ, ਸੋ ਵੀ ਹੈਵ 9 ਸਟਾਫ ਮੈਂਬਰ ਜਿਹੜੇ ਕਿ ਉਹਨੂੰ ਹੈਂਡਲ ਕਰਦੇ ਨੇ। ਫਿਰ ਜੂਰਿਸ ਲਿਟੀਗੇਟਰ 'ਚ ਆ ਜਾਂਦੇ ਨੇ, ਜਿਹਦੇ 'ਚ ਸਾਡੇ ਕੋਲ 7 ਲਾਇਰ ਹੈਗੇ ਨੇ। ਸਪੋਰਟ ਸਟਾਫ ਮਿਲਾ ਕੇ ਸਾਡੇ ਕੋਲ 19 ਜਾਂ 20, ਸੌਰੀ ਗਿਣਤੀ ਨਹੀਂ ਕੀਤੀ ਕਦੀ ਸਟਾਫ ਦੀ। ਐਂਡ ਫਿਰ ਜਦੋਂ ਅਸੀਂ ਲੈਕਸ ਕਲਾਰਕ ਗਰੁੱਪ ਦੀ ਗੱਲ ਕਰ ਜਾਂਦੇ ਹਾਂ, ਓਵਰਸੀਜ਼ ਇਨਕਲੂਡਿੰਗ ਦੀ ਬਾਰਬੇਡੋਸ, ਟ੍ਰਿਨਿਡਾਡ ਟੋਬੈਗੋ, ਗਾਇਨਾ ਹੋ ਗਿਆ, ਸੇਂਟ ਵਿੰਸੈਂਟ, ਸੇਂਟ ਕਿਟਸ, ਐਕਵਾਡੋਰ, ਪੈਨਾਮਾ, ਕੋਲੰਬੀਆ, ਪੈਰੂ। ਟੋਟਲ ਜਿਹੜੀ ਸਾਡੀ ਲਾਇਰਸ ਜਿਹੜੇ ਕਿ ਟਰੈਵਲ ਅਬਰੋਡ ਕਰਦੇ ਨੇ, ਦੇ ਆਰ 10 ਲਾਇਰਸ ਐਂਡ 15 ਸਟਾਫ ਮੈਂਬਰ ਦੇਅਰ। ਸੋ ਫਿਰ ਗੱਲ ਆ ਜਾਂਦੀ ਹੈ ਕਿ ਡਿਫੀਸ਼ੀਏਟ ਕਿੱਦਾਂ ਕਰੀਦਾ ਕੰਮ ਦਾ। ਇਟਸ ਪਰ ਕਲਾਇੰਟ ਬੇਸ, ਵਟ ਇਜ਼ ਦੇ ਰਿਕੁਆਇਰਮੈਂਟ ਐਂਡ ਅਕੋਰਡਿੰਗ ਟੂ ਦ ਰਿਕੁਆਇਰਮੈਂਟ ਉਹ ਵਾਲੀ ਲੀਗਲ ਟੀਮ ਹੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਆ ਅਕੋਰਡਿੰਗ ਟੂ ਦੇਅਰ ਰਿਟੇਨਰ ਐਂਡ ਬਜਟ ਐਜ਼ ਵੈਲ। ਸੋ ਇਹਦਾ ਮਤਲਬ ਕਿ ਸਾਡੇ ਦਰਸ਼ਕਾਂ ਨੂੰ ਮੈਂ ਇਹੀ ਦੱਸੂੰਗੀ ਵੀ ਇਹਨਾਂ ਕੋਲ ਲਗਭਗ 50 ਬੰਦਿਆਂ ਦੀ ਟੀਮ ਹੈਗੀ ਆ ਜੋ ਇਹਨਾਂ ਦੇ ਅੰਡਰ ਅਤੇ ਇਹਨਾਂ ਦੇ ਨਾਲ ਕੰਮ ਕਰਦੀ ਆ। ਅਤੇ ਇਹ ਸਿਰਫ ਨਾ ਹੀ ਕੈਨੇਡਾ ਦੇ ਵਿੱਚ ਕੰਮ ਕਰਦੇ ਨੇ, ਕੈਨੇਡਾ ਦੇ ਬਾਹਰ ਵੀ ਇਹ ਕੰਮ ਕਰਦੇ ਨੇ। ਇਹ ਜਿੱਦਾਂ ਕਿ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਵੀ ਤੁਸੀਂ ਸਾਊਥ ਅਮਰੀਕਾ ਵੀ ਕਵਰ ਕਰਦੇ ਹੋ। ਹਾਂਜੀ, ਸੋ ਮੈਂ ਉਹੀ ਕਹੂੰਗੀ ਦਰਸ਼ਕਾਂ ਨੂੰ ਕਿ
ਕੋਈ ਵੀ ਕੰਮ ਹੋਵੇ, ਕਿਸੇ ਵੀ ਤਰੀਕੇ ਦਾ ਤੁਹਾਡੇ ਕੁਐਸਚਨਸ ਹੋਣ, ਕਿਸੇ ਵੀ ਤਰੀਕੇ ਦੇ ਕੋਈ ਫੈਮਿਲੀ ਰਿਲੇਟਿਡ ਕੋਈ ਲੋਜ਼ ਦੇ ਕੁਐਸਚਨਸ ਹੋਣ, ਤੁਸੀਂ ਇਹਨਾਂ ਨਾਲ ਬੇਝਿਜਕ ਨੀਚੇ ਦਿੱਤੀ ਗਈ ਸਕਰੀਨ ਦੇ ਉੱਤੇ ਜਿਹੜੀ ਡਿਟੇਲਸ ਨੇ ਇਹਨਾਂ ਦੀਆਂ, ਉਹਨਾਂ 'ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਅਤੇ ਸਰ ਮੈਂ ਤੁਹਾਨੂੰ ਅਗਲਾ ਕੁਐਸਚਨ ਇਹ ਪੁੱਛੂੰਗੀ ਵੀ ਜਿੱਦਾਂ ਕਿ ਤੁਸੀਂ ਦੱਸਿਆ ਵੀ ਤੁਸੀਂ ਪੈਰਾਲੀਗਲ ਐਜ਼ ਇਨ ਕੰਮ ਕਰਦੇ ਹੋ, ਸੋ ਮੈਨੂੰ ਥੋੜ੍ਹਾ ਜਿਹਾ ਤੁਸੀਂ ਡਿਸਕਰਾਈਬ ਕਰੋਗੇ ਵੀ ਉਹਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਨੇ, ਕਿਹੜੀਆਂ ਸਰਵਿਸਿਜ਼ ਇਨਕਲੂਡ ਹੁੰਦੀਆਂ ਨੇ ਐਜ਼ ਇਨ ਪੈਰਾਲੀਗਲ। ਮੈਂ ਐਕਚੁਅਲੀ ਬੇਸਿਕਲੀ ਤੁਹਾਡੇ ਤੋਂ ਉਹਦੀ ਡੈਫੀਨੇਸ਼ਨ ਪੁੱਛਣਾ ਚਾਹੁੰਦੀ ਹਾਂ। ਡੈਫੀਨੇਸ਼ਨ ਜਿਹੜੀ ਪੈਰਾਲੀਗਲ, ਪਹਿਲੇ ਤਾਂ there was no license, ਨਹੀਂ ਹੁੰਦਾ ਸੀਗਾ ਪੈਰਾਲੀਗਲਸ ਕੋਲ। 2008 ਦੇ ਵਿੱਚ ਲਾ ਸੋਸਾਇਟੀ ਆਫ ਅਪਰ ਕੈਨੇਡਾ ਨੇ ਪੈਰਾਲੀਗਲਸ ਨੂੰ ਪ੍ਰੈਕਟਿਸ ਕਰਨ ਵਾਸਤੇ ਲਾਇਸੈਂਸ ਦਿੱਤਾ ਸੀਗਾ। ਕੈਨੇਡਾ ਦੀ ਇੱਕੋ ਹੀ ਪ੍ਰੋਵਿੰਸ ontario ਹੈਗਾ ਜਿੱਥੇ ਕਿ ਪੈਰਾਲੀਗਲ ਅੰਡਰ ਦੀ ਲਾ ਸੋਸਾਇਟੀ ਵਿਦ ਦ ਲਾਇਸੈਂਸ ਪ੍ਰੈਕਟਿਸ ਕਰ ਸਕਦੇ ਨੇ। ਸੋ ਉਹਦਾ ਇਹ ਮਤਲਬ ਹੈਗਾ ਕਿ ਦੇ ਕੈਨ ਰੈਪਰੈਜ਼ੈਂਟ ਅ ਕਲਾਇੰਟ ਇਨ ਟੂ ਜੂਨੀਅਰ ਸਮਾਲ ਕਲੇਮਸ ਦੀ ਗੱਲ ਕਰ ਲਈਏ, ਟ੍ਰਾਈਬਿਊਨਲ ਹੋ ਗਿਆ, ਲੈਂਡਲੋਰਡ ਟੈਨੈਂਟ ਹੋ ਗਿਆ, ਇਹ ਜਿਹੜੀਆਂ ਕਿ ਛੋਟੇ ਕੇਸਿਸ ਆਪਾਂ ਨੂੰ ਕਹਿ ਦਿੰਦੇ ਆ। ਦੇਖੋ ਕੇਸ ਕੋਈ ਵੱਡਾ ਜਾਂ ਛੋਟਾ ਨਹੀਂ ਹੈਗਾ, ਇਸ ਆਲ ਲੜਾਈ ਤੁਸੀਂ ਕਿਹੜੀ ਲੜਨੀ ਜਾ ਕੇ। ਈਵਨ ਕਿ ਟ੍ਰੈਫਿਕ ਕੋਰਟ ਦੀ ਅਸੀਂ ਗੱਲ ਕਰ ਲਈਏ, ਅਸੀਂ ਆਟਵਾ ਤੋਂ ਲੈ ਕੇ ਵਿੰਜ਼ਰ ਤੱਕ ਨੂੰ ਕਵਰ ਕਰਦੇ ਹਾਂ। ਯੂਜ਼ਲੀ ਅਸੀਂ ਕਲਾਇੰਟ ਦੇ ਪੈਸੇ ਜਿਹੜੇ ਹੈਗੇ ਆ ਵੀ ਟਰਾਈ ਟੂ ਸੇਵ ਦ ਮਨੀ, ਕਿਉਂਕਿ ਟਰੈਵਲ ਕਾਸਟ ਪੈਂਦੀ ਆ। ਵੀ ਵਿਲ ਐਡਵਾਈਜ਼ them ਕਿ ਤੁਹਾਨੂੰ ਬੈਸਟ ਰਾਹ ਕਿਹੜਾ ਹੋਣਾ ਆ। ਕਮਿੰਗ ਬੈਕ ਟੂ ਪੈਰਾਲੀਗਲ ਸਰਵਿਸਿਜ਼, ਦਿਸ ਬਰਾਡ ਪ੍ਰੈਕਟਿਸ ਆ ਜਾਂਦੀ ਆ। ਜਿੱਦਾਂ ਕਿ ਦੱਸਿਆ ਕਿ ਐਕਸੀਡੈਂਟ ਬੈਨੀਫਿਟ ਹੋ ਗਿਆ, ਸਮੋਲ ਕਲੇਮ, ਲੈਂਡਲੋਰਡ ਟੈਨੈਂਟ ਬੋਰਡ, ਐਨੀ ਟ੍ਰਾਈਬਿਊਨਲ, ਉਹਦਾ ਚਾਹੇ ODSP ਦੀ ਅਪੀਲ ਹੈ ਜਾਂ CPP ਦੀ ਅਪੀਲ ਹੈ ਜਾਂ ਲੌਂਗ ਟਰਮ ਡਿਸੇਬਿਲਿਟੀ ਹੈਗੀ ਆ। ਸੋ ਇਟਸ ਅ ਬਰਾਡ ਲਾ ਸੋਸਾਇਟੀ ਹੋਣੀ ਸਾਨੂੰ ਹੋਪਫੁਲੀ ਇਹਨਾਂ ਨੂੰ ਓਪਨ ਦੇ ਦੇਊਗੀ ਕਿ ਫੈਮਿਲੀ ਲਾਅ ਦੇ ਵਿੱਚ ਵੀ ਇਹ ਪਾਰਟੀਸਪੇਟ ਕਰ ਸਕਦੇ ਆ। ਓਕੇ, ਅਤੇ ਇਹਦੇ ਨਾਲ ਜਿੱਦਾਂ ਕਿ ਇਹਨਾਂ ਨੇ ਸਾਨੂੰ ਦੱਸਿਆ ਵੀ ਪੈਰਾਲੀਗਲ ਦੇ ਵਿੱਚ ਇਹ ਕਿਹੜੀਆਂ ਸਰਵਿਸਿਜ਼ ਇਨਕਲੂਡ ਹੁੰਦੀਆਂ ਨੇ। ਅਤੇ ਬੇਸਿਕਲੀ ਪੈਰਾਲੀਗਲ ਇਜ਼ ਅ ਕਾਈਂਡ ਆਫ ਕਿ ਜੋ ਵੀ ਸਾਡੇ ਛੋਟੇ ਤੋਂ ਛੋਟੇ ਕੋਈ ਵੀ ਲੜਾਈਆਂ ਨੇ ਕਿਸੇ ਦੀਆਂ ਵੀ, ਉਹ ਸਾਰੀਆਂ ਇਹਦੇ ਵਿੱਚ ਕੋਈ ਵੀ ਡਿਸਪਿਊਟ ਹੋਵੇ ਛੋਟਾ ਤੋਂ ਛੋਟਾ, ਉਹ ਸਾਰੀਆਂ ਚੀਜ਼ਾਂ ਪੈਰਾਲੀਗਲ ਦੇ ਵਿੱਚ ਇਨਕਲੂਡ ਹੁੰਦੀਆਂ ਨੇ। ਸੋ ਉਹਦੇ ਹਿਸਾਬ ਨਾਲ ਇਹ ਆਪਣੀ ਟੀਮ ਵੀ ਉਹਦੇ ਹਿਸਾਬ ਨਾਲ ਤੁਹਾਨੂੰ ਦੇਣਗੇ, ਤੁਹਾਨੂੰ ਤੁਹਾਡਾ ਜਿਸ ਹਿਸਾਬ ਦਾ ਕੇਸ ਆ ਉਸੇ ਹਿਸਾਬ ਦੀ ਟੀਮ ਇਹ ਤੁਹਾਨੂੰ ਪ੍ਰੋਵਾਈਡ ਕਰਵਾਉਣਗੇ ਅਤੇ ਤੁਹਾਡੀ ਵੱਧ ਤੋਂ ਵੱਧ ਮਦਦ ਕਰਨਗੇ, ਅਤੇ ਬਹੁਤ ਹੀ ਮਿਨੀਮਲ ਪ੍ਰਾਈਸਿਸ ਦੇ ਵਿੱਚ। ਅਤੇ ਇੱਥੇ ਹੀ ਅਸੀਂ ਇੱਕ ਲੈਂਦੇ ਹਾਂ ਛੋਟਾ ਜਿਹਾ ਬ੍ਰੇਕ, ਅਤੇ ਬ੍ਰੇਕ ਦੇ ਬਾਅਦ ਅਸੀਂ ਫੇਰ ਆਵਾਂਗੇ ਅਤੇ ਫੇਰ ਬੋਬੀ ਟੋਟ ਉਹਨਾਂ ਨੂੰ ਮਿਲਾਂਗੇ ਅਤੇ ਉਹਨਾਂ ਤੋਂ ਹੋਰ ਜਾਣਾਂਗੇ ਉਹਨਾਂ ਦੀ ਜਰਨੀ ਬਾਰੇ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਦੇ ਬਾਅਦ ਇੱਕ ਵਾਰ ਫੇਰ ਮੇਰੇ ਵੱਲੋਂ ਸਵਾਗਤ ਹੈ। ਮੈਂ ਹਾਂ ਤੁਹਾਡੀ ਹੋਸਟ ਰਾਖੀ, ਅਤੇ ਜਿੱਦਾਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਗੱਲ ਕਰਾ ਰਹੇ ਸੀਗੇ ਬੋਬੀ ਟਿਠੋਣਿਆਂ ਦੇ ਨਾਲ, ਆਓ ਅਸੀਂ ਦੁਬਾਰਾ ਚੱਲਦੇ ਹਾਂ ਬੋਬੀ ਟਿਠੋਣਿਆਂ ਦੇ ਕੋਲ ਅਤੇ ਉਹਨਾਂ ਤੋਂ ਹੋਰ ਉਹਨਾਂ ਦੀ ਲਾਈਫ ਦੀ ਜਰਨੀ ਬਾਰੇ ਜਾਣਦੇ ਹਾਂ। ਬੋਬੀ ਜੀ, ਤੁਹਾਡਾ ਫਿਰ ਇੱਕ ਵਾਰ ਬ੍ਰੇਕ ਦੇ ਬਾਅਦ ਸਵਾਗਤ ਹੈ ਸ਼ੋਅ ਦੇ ਵਿੱਚ। ਥੈਂਕ ਯੂ ਜੀ। ਹਾਂਜੀ ਸਰ ਮੈਂ ਤੁਹਾਡੀ ਇੱਥੇ ਹੁਣ ਤੁਹਾਡੀ ਥੋੜ੍ਹੀ ਜਿਹੀ ਜਰਨੀ ਬਾਰੇ ਗੱਲ ਕਰਨਾ ਚਾਹੂੰਗੀ ਵੀ ਤੁਸੀਂ ਕਿੱਦਾਂ ਸਟਾਰਟ ਕੀਤਾ ਐਂਡ ਤੁਸੀਂ ਕੈਨੇਡਾ ਕਿਹੜੇ ਈਅਰ ਦੇ ਵਿੱਚ ਆਏ ਸੀਗੇ, ਅਤੇ ਤੁਹਾਡੀ ਪੂਰੀ ਜਰਨੀ ਬਾਰੇ ਥੋੜ੍ਹਾ ਜਿਹਾ ਮੈਨੂੰ ਬਰੀਫਲੀ ਦੱਸੋਗੇ ਪਲੀਜ਼। ਜ਼ਰੂਰ ਜੀ। ਜਿਹੜਾ ਪਿਛੋਕੜ ਮੇਰਾ ਹੈਗਾ ਜੀ, ਮੈਂ ਵੈਸੇ ਪੰਜਾਬ ਜਲੰਧਰ ਤੋਂ ਹਾਂ ਜੀ। ਇੱਕ ਮੀਡੀਅਮ ਫੈਮਿਲੀ ਦੇ ਵਿੱਚ ਸੀਗੇ, ਅਤੇ ਮੇਰਾ ਸਟਾਰਟਿੰਗ ਜਿਹੜੀ ਮੇਰੀ ਲਾਈਫ ਸੀਗੀ, ਮੈਂ ਪਹਿਲੇ ਇੰਗਲੈਂਡ ਸੀਗਾ ਜੀ, ਥੋੜ੍ਹਾ ਇੰਗਲੈਂਡ ਮੈਂ ਰਿਹਾ ਹਾਂ, ਅਤੇ ਮੈਂ ਥੋੜ੍ਹੀ ਪ੍ਰੋਫੈਸ਼ਨਲ ਬਾਕਸਿੰਗ ਕਰਦਾ ਸੀਗਾ ਉੱਥੇ ਜੀ। ਅਤੇ ਫੈਮਿਲੀ ਮੇਰੀ ਕੈਨੇਡਾ ਮੂਵ ਹੋਈ ਆ, ਅਤੇ 1990 ਦੇ ਵਿੱਚ ਮੈਨੂੰ ਕੈਨੇਡਾ ਆਉਣ ਦੀ ਚਾਂਸ ਮਿਲਿਆ ਸੀਗਾ ਜੀ। ਅਤੇ ਜਦੋਂ ਇੱਥੇ ਆਏ ਸੀਗੇ, ਇੱਥੇ ਥੋੜ੍ਹੀ ਰਿਸੈਸ਼ਨ ਵੀ ਸੀਗੀ। ਬਾਕੀ ਇੰਗਲੈਂਡ ਦੀ ਰਹਿਣੀ ਬਹਿਣੀ ਅਤੇ ਕੈਨੇਡਾ ਦੀ ਰਹਿਣੀ ਬਹਿਣੀ 'ਚ ਵੀ ਫਰਕ ਸੀਗਾ, ਅਤੇ ਐਡਜਸਟ ਹੋਣ 'ਚ ਥੋੜ੍ਹਾ ਟਾਈਮ ਲੱਗਾ ਸੀਗਾ ਜੀ। ਅਤੇ ਸਕੂਲਿੰਗ ਮੈਂ ਇੱਥੇ ਥੋੜ੍ਹੀ ਕੀਤੀ ਆਪਣੀ ਆ ਕੇ, ਅਤੇ ਐਸ ਅ ਪ੍ਰੋਫੈਸ਼ਨ ਮੈਂ ਇਨ ਮਿਡ 90s ਮੈਂ ਟੈਕਨੋਲੋਜਿਸਟ ਸੀਗਾ ਜੀ। ਰੋਜਰਸ ਕੇਬਲ ਦੇ ਹੈਡ ਐਂਡ 'ਚ ਕੰਮ ਕਰਦਾ ਹੁੰਦਾ ਸੀਗਾ, ਅਤੇ ਇਹਨਾਂ ਦੀ ਹੈਡ ਐਂਡ ਵਗੈਰਾ ਡਿਜ਼ਾਈਨ ਕਰਦਾ ਹੁੰਦਾ ਸੀਗਾ ਜੀ। ਓ ਨਾਈਸ। ਸੋ ਇਟ ਮੀਨਸ ਕਿ
ਤੁਸੀਂ 90s ਦੇ ਟਾਈਮ ਤੇ ਐਜ਼ ਐਨ ਟੈਕਨੀਸ਼ੀਅਨ ਕੰਮ ਕੀਤਾ ਐਂਡ ਉਸ ਤੋਂ ਪਹਿਲਾਂ ਤੁਸੀਂ ਜਿੱਦਾਂ ਕਿ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸਿਆ ਵੀ ਤੁਸੀਂ ਐਜ਼ ਐਨ ਬਾਕਸਰ ਵੀ ਤੁਸੀਂ ਪ੍ਰੈਕਟਿਸ ਕਰਦੇ ਹੁੰਦੇ ਸੀ ਲੰਡਨ ਦੇ ਵਿੱਚ। ਸੋ ਇਹ ਬਹੁਤ ਇੱਕ ਤਰੀਕੇ ਦਾ ਤੁਸੀਂ ਤਾਂ ਛੁਪਾ ਰੁਸਤਮ ਨਿਕਲੇ ਸਰ, ਕਿ ਤੁਸੀਂ ਇੱਕ ਅੰਡਰਗਰਾਊਂਡ ਐਜ਼ ਐਨ ਆਪਣੀ ਹੈਲਥ ਨੂੰ ਵੀ ਪ੍ਰੋਪਰਲੀ ਫਿਟ ਰੱਖਿਆ ਐਂਡ ਉਹਦੇ ਬਾਅਦ ਤੁਸੀਂ ਐਜ਼ ਐਨ ਟੈਕਨੀਸ਼ੀਅਨ ਵੀ ਕੰਮ ਕੀਤਾ ਐਂਡ ਦੈਨ ਨਾਓ ਯੂ ਆਰ ਅ ਲਾਇਰ ਹੇਅਰ। ਉਹ ਇੱਕ ਤੁਸੀਂ ਇਹ ਦੇਖ ਲਓ ਕਿ ਐਸ ਸਟੈਪਸ ਸੀਗੇ ਜਿਹੜੇ ਕਿ ਆਪਾਂ ਹਰਡਲਸ ਕਹਿ ਲਈਏ ਜਾਂ ਲਾਈਫ ਦੇ ਹਸਲਿੰਗ ਸੀਗੀ ਜੀ। ਫੈਮਿਲੀ ਜਿਹੜੀ ਮੇਰੇ ਇੱਥੇ ਜਦੋਂ ਆਏ ਸੀਗੇ, ਅਸੀਂ ਟੋਰਾਂਟੋ ਰਹਿੰਦੇ ਸੀਗੇ, ਫਿਰ ਦੈਨ ਬਰੈਂਪਟਨ ਮੂਵ ਹੋ ਗਏ। ਬਰੈਂਪਟਨ ਸਾਡੇ ਪਰਿਵਾਰ ਦੇ ਵਿੱਚ ਗਰੋਸਰੀ ਸਟੋਰ ਹੁੰਦਾ ਸੀਗਾ ਜਿੱਥੇ ਕਿ ਅੱਛਾ ਜੀ। ਟਰਾਈ ਕੀਤੀ ਸੀ ਕਿ ਫੈਮਿਲੀ ਨੇ ਕਿ ਸਾਡੀ ਹੈਲਪ ਕਰੋ ਗਰੋਸਰੀ ਸਟੋਰ ਦੇ ਵਿੱਚ, ਔਰ ਕੀਤੀ ਵੀ ਸੀਗੀ। ਜੀ। ਅਤੇ ਜਿਹੜਾ ਕਿ ਮੇਰਾ ਮਕਸਦ ਸੀਗਾ ਕਿ ਜ਼ਿੰਦਗੀ ਦੇ ਵਿੱਚ ਚੈਲੰਜਸ ਸੀਗੇ ਕਿ ਚੈਲੰਜ ਕੋਈ ਜਿਹੜਾ ਨਵਾਂ ਅਸੈਪਟ ਕਰਨਾ ਆ। ਵਾਲ ਜਦੋਂ ਕਿ ਮੈਂ ਟੈਕਨੋਲੋਜਿਸਟ ਦਾ ਕੰਮ ਕਰਦਾ ਸੀਗਾ, ਮਨੀ ਵਾਜ਼ ਗੁੱਡ, ਮੈਂ ਕੋਈ ਕੰਪਲੇਨ ਨਹੀਂ ਸੀਗਾ, ਪਰ ਮੇਰਾ ਆਲਵੇਜ਼ ਹੁੰਦਾ ਸੀਗਾ ਕਿ ਨਵੀਂ ਚੀਜ਼ ਇੱਕ ਜ਼ਿੰਦਗੀ 'ਚ ਕਰਨੀ ਆ ਜਿਹੜੀ ਕਿ ਅਚੀਵਮੈਂਟ ਕਰਨੀ। ਅਤੇ ਲਾਅ ਦੇ ਵਿੱਚ ਵੀ ਆਉਣਾ ਮੇਰਾ ਉਦੋਂ ਇੱਕ ਚੈਲੰਜ ਸਮਝ ਲਓ ਕਿ ਮੈਨੂੰ ਇਹ ਕਿਹਾ ਗਿਆ ਸੀਗਾ ਕਿ ਤੇਰੇ ਕਰਨ ਲਾਇਕ ਇੱਥੇ ਕੋਈ ਕੰਮ ਨਹੀਂ ਹੈਗਾ। ਓਕੇ। ਐਂਡ ਦੈਟ ਵਾਜ਼ ਦ ਚੈਲੰਜ ਫॉर ਮੀ ਐਂਡ ਆਈ ਟੁੱਕ ਇਟ ਐਸ ਅ ਚੈਲੰਜ। ਸੋ ਉਹ ਚੈਲੰਜ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਤੁਸੀਂ ਲਾਇਰ ਐਜ਼ ਐਨ ਲਾਇਰ ਹੀ ਕਿਉਂ ਚੂਜ਼ ਕੀਤਾ ਵੀ ਤੁਸੀਂ ਲਾਇਰ ਹੀ ਬਣਨਾ ਆ? ਮੈਂ ਉਹ ਨਹੀਂ ਚੂਜ਼ ਕੀਤਾ ਸੀਗਾ ਜੀ। ਮੇਰੀ ਸਟਾਰਟਿੰਗ ਜਿਹੜੀ ਹੋਈ ਸੀਗੀ ਉਹ ਲਾ ਫਰਮ ਦੇ ਵਿੱਚ ਐਸ ਅ ਮੈਨੇਜਰ ਹੋਈ ਸੀਗੀ। ਓਕੇ। ਡਾਊਨਟਾਊਨ ਫਰਮ ਸੀਗੀ ਜਿੱਥੇ ਕਿ ਮੈਂ ਇਹ ਕਹਿੰਦਾ ਕਿ ਮੇਰੀ ਇਨੀਸ਼ੀਅਲ ਟ੍ਰੇਨਿੰਗ ਜਿਹੜੀ ਸੀਗੀ ਲਾਅ ਦੇ ਵਿੱਚ ਐਸ ਲੀਗਲ ਪ੍ਰੋਫੈਸ਼ਨ 'ਚ ਉੱਥੇ ਹੋਈ ਸੀਗੀ। ਸਟਿਲ ਉਹਨਾਂ ਦੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਇੱਕ ਜਿਹੜੀ ਫਾਊਂਡੇਸ਼ਨ ਮੇਰੀ ਬਹੁਤ ਵਧੀਆ ਹੋਈ ਸੀਗੀ ਕਿ ਜਿਹੜੇ ਲਾਇਰ ਉਹ ਸੀਗੇ ਹਾਲੇ ਵੀ ਹੈਗੇ ਨੇ, ਬਹੁਤ ਵਧੀਆ ਸੀਗੇ ਜੀ। ਐਂਡ ਇੱਕ ਮੈਂਟਰ ਜਿਹੜਾ ਹੁੰਦਾ ਉਹ ਵਧੀਆ ਤੁਹਾਨੂੰ ਉਦੋਂ ਮੈਨੂੰ ਮਿਲਿਆ। ਅਤੇ ਮੇਰੀ ਜਿਹੜੀ ਸਟਾਰਟਿੰਗ ਹੋਈ ਸੀਗੀ ਅਤੇ ਉਦੋਂ ਜਦੋਂ ਮੈਂ ਐਸ ਪੈਰਾ ਲੀਗਲ ਦੀ ਸ਼ੁਰੂ ਕੀਤੀ ਸੀ, ਆਮ ਸਟਿਲ ਪ੍ਰੈਕਟਿਸਿੰਗ ਐਸ ਅ ਪੈਰਾ ਲੀਗਲ। ਉਹਦੇ 'ਚ ਇਹ ਹੈਗਾ ਆ ਜਦੋਂ ਤੁਹਾਡੀ ਇੱਕ ਫਾਊਂਡੇਸ਼ਨ ਵਧੀਆ ਮਿਲ ਗਈ ਤੁਹਾਨੂੰ ਅਤੇ ਤੁਹਾਡਾ ਜਿਹੜਾ ਫਿਊਚਰ ਵੀ ਉਹਦੇ ਨਾਲ ਬਰਾਈਟ ਹੋ ਜਾਂਦਾ ਜੀ। ਜੀ ਬਿਲਕੁਲ। ਹਾਂਜੀ। ਅਤੇ ਹਰਡਲਸ ਕਾਫੀ ਆਏ ਆ ਲਾਈਫ ਦੇ ਵਿੱਚ, ਉਹਨਾਂ ਦੇ ਨਾਲ ਮੈਂ ਕੰਮ ਕੀਤਾ, ਕਾਫੀ ਕੁਝ ਲਰਨ ਕੀਤਾ। ਅਤੇ 2007 ਐਂਡ 2008 ਦੇ ਵਿੱਚ ਮੈਂ ਆਪਣੀ ਖੁਦ ਦੀ ਕੰਪਨੀ ਸਟਾਰਟ ਕੀਤੀ ਜਿਹਨੂੰ ਕਿ TRG ਲੀਗਲ ਸਰਵਿਸਿਜ਼ ਦੇ ਨਾਂ ਦੇ ਉੱਤੇ ਸ਼ੁਰੂ ਹੋਈ ਸੀਗੀ। ਇਸ ਪੈਰਾਲੀਗਲ ਫਰਮ ਸ਼ੁਰੂ ਕੀਤੀ। ਫਿਰ ਕਿਸੇ ਨੇ ਚੈਲੰਜ ਦਿੱਤਾ ਸੀਗਾ ਕਿ ਤੁਸੀਂ ਲਾ ਫਰਮ ਨਹੀਂ ਚਲਾ ਸਕਦੇ। ਓਕੇ। 2011 ਦੇ ਵਿੱਚ ਅਸੀਂ ਉਹ ਚੈਲੰਜ ਵੀ ਐਕਸੈਪਟ ਕੀਤਾ। ਅਤੇ ਹੁਣ ਰੱਬ ਦੀ ਇੱਕ ਵਧੀਆ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੀਜੀ ਜਿਹੜੀ ਲਾ ਫਰਮ ਲੈਕਸ ਲਾ ਗਰੁੱਪ ਹੈਗੀ ਆ ਜਿਹੜੀ ਕਿ ਅਸੀਂ ਕੈਰੀਬੀਅਨ ਅਤੇ ਸਾਊਥ ਅਮੈਰੀਕਾ ਅਸੀਂ ਸਰਵ ਕਰਦੇ ਹਾਂ, ਉਹ ਵੀ ਅਸੀਂ ਸਟੈਬਲਿਸ਼ ਕੀਤੀ ਹੈ 2018 ਦੇ ਵਿੱਚ। ਐਂਡ ਇਹ ਸਕਸੈਸਫੁਲੀ ਚੱਲ ਰਹੀ ਆ। ਓਵਰਆਲ ਮੈਂ ਕਹਿੰਦਾ ਸਟਾਫ ਕਾਊਂਟ ਜਿਹੜਾ ਹੈਗਾ ਆ 50+ ਹੈਗਾ ਇੱਥੇ ਮਿਲਾ ਕੇ। ਟੋਰਾਂਟੋ ਦੇ ਵਿੱਚ ਸਾਡੇ 4 ਆਫਿਸਿਸ ਹੈਗੇ ਨੇ ਜੀ। ਓਕੇ ਜੀ। ਸਾਡਾ ਇੱਕ ਮਿਸਿਸਾਗਾ 'ਚ ਹੈਗਾ ਆ ਡੈਰੀ ਰੋਡ 'ਤੇ, ਸਾਡਾ ਬਰੈਂਪਟਨ ਆਫਿਸ ਡਿਊ ਸਾਈਡ ਡਰਾਈਵ 'ਤੇ ਆ ਜੀ, ਸਾਡਾ ਯੋਰਕਵਿਲ ਦੇ ਵਿੱਚ ਆਫਿਸ ਹੈਗਾ ਆ ਯੰਗ ਸਟਰੀਟ 'ਤੇ, ਅਤੇ ਅਸੀਂ ਹੁਣੇ 3 ਵੀਕਾਂ ਪਹਿਲੇ ਹੀ ਸ਼ੇਅਰਵੇ ਗਾਰਡਨ 'ਤੇ ਵੀ ਆਫਿਸ ਖੋਲ੍ਹਿਆ ਆ ਅਤੇ ਤਰੱਕੀ ਹੋ ਰਹੀ ਆ ਜੀ। ਬਿਲਕੁਲ। ਬਾਰਬੇਡੋਸ ਜਿਹੜਾ ਨੈਕਸਟ ਸਾਡਾ ਜਿਹੜਾ ਹੈਗਾ ਆ ਕੇਮਨ ਆਈਲੈਂਡ 'ਤੇ ਬਾਰਬੇਡੋਸ ਹੈਗਾ। ਕੋਵਿਡ ਕਰਕੇ ਬਾਰਬੇਡੋਸ ਨਹੀਂ ਜਾ ਸਕੇ, ਪਰ ਹੋਪਫੁਲੀ ਜਿੱਦਾਂ ਹੀ ਓਪਨ ਹੁੰਦੀ ਹੈ ਅਸੀਂ ਬਾਰਬੇਡੋਸ ਪਹਿਲਾ ਆ, ਕੇਮਨ ਆਈਲੈਂਡ ਦੂਸਰਾ ਆਇਆ ਜੀ ਆਫਿਸ। ਬਹੁਤ ਵਧੀਆ ਲੱਗਿਆ ਸੁਣ ਕੇ। ਵੈਸੇ ਵੀ ਤੁਹਾਡੀ ਆਲਮੋਸਟ ਪੂਰੀ ਲਾਈਫ ਐਜ਼ ਐਨ ਚੈਲੰਜ ਨਾਲ ਭਰੀ ਰਹੀ ਆ ਹਜੇ ਤੱਕ ਦੀ ਜੋ ਤੁਹਾਡੀ ਜਰਨੀ ਰਹੀ ਆ ਵੀ। ਐਂਡ ਤੁਸੀਂ ਇੱਕ ਆਈ ਥਿੰਕ ਚੈਲੰਜ ਐਕਸੈਪਟਡ ਕਾਈਂਡ ਆਫ ਪਰਸਨੈਲਿਟੀ ਹੋ ਵੀ ਜਿਨ੍ਹਾਂ ਨੂੰ ਜੇ ਚੈਲੰਜ ਕੀਤਾ ਹੈ ਤਾਂ ਤੁਸੀਂ ਉਹ ਚੀਜ਼ ਆਪਣੀ ਪੂਰੀ ਕਰਕੇ ਦਿਖਾਈ ਹੈ, ਆਪਣੇ ਆਪ ਨੂੰ ਪ੍ਰੂਵ ਕਰਕੇ ਦਿਖਾਇਆ ਆ। ਦੇਖੋ ਮੈਂ ਕਹਿੰਦਾ ਜੀ ਜਿਹੜਾ ਚੈਲੰਜ ਹੈਗਾ ਨਾ ਲਾਈਫ ਦੇ ਵਿੱਚ ਤੁਹਾਡਾ ਆਪਣੇ ਆਪ 'ਚ ਹੈਗਾ ਆ ਜੀ। ਬਿਲਕੁਲ। ਤੁਸੀਂ ਅਗਰ ਆਪਣੇ ਆਪ ਨੂੰ ਖੁਦ ਚੈਲੰਜ ਨਹੀਂ ਕਰਦੇ, ਨੋਬਡੀ ਐਲਸ ਕੈਨ ਚੈਲੰਜ ਯੂ। ਸੇ ਮੈਂ ਉਹ ਚੀਜ਼ ਨੂੰ ਕਿਉਂ ਅਸੈਪਟ ਕਰਦਾ ਹਾਂ ਕਿ ਅਗਰ ਕੋਈ ਕਹਿੰਦਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਮੈਂ ਕਹਿੰਦਾ ਜਾਂ ਤਾਂ ਟਰਾਈ ਨਹੀਂ ਕਰਦੇ ਤੁਹਾਨੂੰ ਪਤਾ ਨਹੀਂ ਲੱਗਦਾ ਜੀ। ਜੀ ਬਿਲਕੁਲ। ਪਹਿਲੀ ਵਾਰੀ ਜ਼ਿੰਦਗੀ ਜਦੋਂ ਮੈਂ ਡੋਮਿਨਿਕਨ ਗਿਆ ਸੀਗਾ ਜੀ ਸੈਂਟੋ ਡੋਮਿੰਗੋ, ਅਤੇ ਲੈਂਗੁਏਜ ਨਹੀਂ ਆਉਂਦੀ ਸੀਗੀ ਜੀ। ਓਕੇ। ਅਤੇ ਇੱਥੇ ਮੈਂ ਆਪਣੇ ਕਲਾਇੰਟ ਨੂੰ ਰਿਕੁਐਸਟ ਕੀਤੀ, ਅਲਫਰੇਡੋ ਗੋਮਿਸ ਹੈਗੇ ਨੇ ਹਾਲੇ ਵੀ ਮੇਰੇ ਕਲਾਇੰਟ ਨੇ, ਉਹ ਮੇਰੇ ਨਾਲ ਗਏ ਨੇ ਇੰਟਰਪ੍ਰੇਟਰ ਦੇ ਥਰੂ, ਉੱਥੇ ਸਟੈਬਲਿਸ਼ਮੈਂਟ ਕੀਤੀ। ਹਾਰਡ ਸੀਗਾ ਪਹਿਲਾ ਟ੍ਰਿਪ, ਪਰ ਸੈਕਿੰਡ ਟ੍ਰਿਪ ਜਦੋਂ ਅਸੀਂ ਲਾਇਆ ਸੈਂਟੀਆਗੋ ਦੇ ਵਿੱਚ, ਅਤੇ ਆਈ ਵਾਜ਼ ਰੀਅਲੀ ਹੈਪੀ ਕਿ ਸਾਡਾ ਆਫਿਸ ਸੈਟਅਪ ਹੋ ਗਿਆ ਸੀਗਾ ਉੱਥੇ।
ਐਂਡ ਹਾਲੇ ਵੀ ਆਫਿਸ ਆਪਰੇਟ ਕਰ ਰਹੇ ਹਾਂ ਐਂਡ ਵੀ ਆਰ ਹੈਪੀ ਵਿਦ ਦੈਟ ਆਫਿਸ। ਹਾਂਜੀ ਜਿੱਦਾਂ ਕਿ ਤੁਸੀਂ ਹੁਣੇ ਗੱਲ ਕੀਤੀ ਸਾਡੇ ਨਾਲ ਵੀ ਤੁਸੀਂ ਸਾਊਥ ਅਮਰੀਕਾ ਦੇ ਵਿੱਚ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਹੋ, ਤੁਸੀਂ ਹੁਣੇ ਜਿੱਦਾਂ ਦੱਸਿਆ, ਤੇ ਇਹਦੇ ਇਲਾਵਾ ਹੋਰ ਕਿਹੜੀ ਕਿਹੜੀ ਕੰਟਰੀਜ਼ ਦੇ ਵਿੱਚ ਆਪਣੀ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ, ਕਿਹੜੀ ਕਿਹੜੀ ਸਰਵਿਸਿਜ਼ ਹੁੰਦੀਆਂ ਨੇ? ਜਿਹੜੀ ਕਿ ਸਾਊਥ ਅਮਰੀਕਾ ਦੀ ਜਿਹੜੀ ਹੈਗੀ ਆ, ਡਿਊ ਟੂ ਦ ਲੈਂਗੁਏਜ ਸਾਡੀ ਇਸ਼ੂ ਵੀ ਆ ਜਾਂਦੀ ਆ। ਮੈਜੋਰਟੀ ਜਿਹੜੀ ਕਿ ਕੈਰੇਬੀਅਨਸ ਹੈਗੇ ਨੇ ਉਹ ਇੰਗਲਿਸ਼ ਸਪੀਕਿੰਗ ਕੰਟੀਨੈਂਟਸ ਹੈਗੇ, ਸੋ ਟ੍ਰਿਨਿਡੈਡ ਟੋਬੈਗੋ ਇਜ਼ ਸਾਡਾ ਵਨ ਆਫ ਦਾ ਬਿਗੇਸਟ ਜਿਹੜੀ ਸਾਡੀ ਟੈਰੀਟੋਰੀ ਆ ਜਾਂਦੀ ਹੈ। ਗਾਇਨਾ ਆ ਜਾਂਦਾ, ਵੈਨੇਜ਼ੁਏਲਾ ਅਸੀਂ ਟਰਾਈ ਕੀਤੀ ਸੀਗੀ ਬਟ ਡਿਊ ਟੂ ਉੱਥੇ ਜਿਹੜੀ ਸੈਸ਼ਨ ਹੋਣ ਕਰਕੇ ਅਸੀਂ ਨਹੀਂ। ਫਿਰ ਸਾਡਾ ਪੈਨਮਾ 'ਚ ਹੈਗਾ ਆ, ਪੈਰੂ 'ਚ ਹੈਗਾ ਆ, ਇਕੂਡੋਰ ਹੈਗਾ ਆ, ਕੋਲੰਬੀਆ ਹੈਗਾ ਆ, ਐਂਡ ਜਿੱਦਾਂ ਸੇਂਟ ਵਿੰਸੈਂਟ ਹੈਗਾ ਆ, ਸੇਂਟ ਕਿਟਸ ਹੈਗਾ ਆ। ਤੋ ਇਹ ਛੋਟੇ ਛੋਟੇ ਆਈਲੈਂਡ ਹੈਗੇ ਨੇ, ਵਿਦਨ ਆਵਰ ਐਂਡ ਹਾਫ ਦੀ ਫਲਾਈਟ ਹੈ ਜੀ। ਅਤੇ ਸਰਵਿਸਿਜ਼ ਜਿਹੜੀ ਅਸੀਂ ਕਰ ਰਹੇ ਹਾਂ, ਕਿਉਂਕਿ ਕੈਰੇਬੀਅਨ ਸਾਊਥ ਅਮਰੀਕਾ ਦੀ ਕਮਿਊਨਿਟੀ ਇੱਥੇ ਕਾਫੀ ਹੈ, ਜਿੱਦਾਂ ਅਸੀਂ ਇੰਡੀਅਨ ਕਾਫੀ ਨੇ ਜੀ। ਜੀ ਬਿਲਕੁਲ। ਅਸੀਂ ਉਹ ਸਾਡੀ ਫਰਮ ਨੂੰ ਰਿਟੇਨ ਕਰਦੇ ਆ ਇੱਥੇ, ਅਤੇ ਸਾਡੀ ਫਰਮ ਜਿਹੜੀ ਹੈਗੀ ਆ ਰੈਪਰਜੈਂਟ ਕਰਦੀ ਆ ਉਹਨਾਂ ਨੂੰ ਉੱਥੇ, ਅਤੇ ਉਹਨਾਂ ਨੂੰ ਫਲਾਈਟ ਨਹੀਂ ਲੈਣੀ ਪੈਂਦੀ। ਜਿਹੜੀ ਉਹਨਾਂ ਨੇ ਪੈਸੇ ਉੱਥੇ ਜਾ ਕੇ ਵਕੀਲ ਨੂੰ ਦੇਣੇ ਨੇ, ਉਸੇ ਪੈਸਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਇੱਥੇ ਬੈਠੇ ਬੈਠੇ ਰੈਪਰਜੈਂਟੇਟਿਵ ਦੇ ਦਿੰਦੀ ਆ ਜੀ। ਓਕੇ ਜੀ। ਇਹ ਪ੍ਰੋਪਰਟੀ ਦੀ ਡਿਸਪਿਊਟ ਹੋ ਸਕਦਾ ਆ, ਈਵਨ ਕਿ ਪਰਸਨਲ ਇੰਜਰੀ ਦਾ ਕੋਈ ਵੀ ਹੋ ਸਕਦਾ, ਅਸੀਂ ਇੱਥੇ ਬੈਠੇ ਕਰੀਦਾ। ਜਿੱਦਾਂ ਕਿ ਹੁਣੇ ਸਾਡੇ ਦਰਸ਼ਕਾਂ ਨੂੰ ਬੋਬੀ ਟਠੋਣਿਆਂ ਨੇ ਦੱਸਿਆ ਕਿ ਉਹਨਾਂ ਨੇ ਸਾਊਥ ਅਮਰੀਕਾ ਦੇ ਵਿੱਚੋਂ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੀ ਨੇ, ਅਤੇ ਜਿੱਦਾਂ ਉਹ ਬਹੁਤ ਹੀ ਜ਼ਿਆਦਾ ਸਹੂਲਤਾਂ ਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਨੇ ਕਿ ਲੋਕਾਂ ਨੂੰ ਜਿੱਦਾਂ ਉਹਨਾਂ ਨੇ ਹੁਣੇ ਦੱਸਿਆ ਸੀਗਾ ਵੀ ਲੋਕਾਂ ਨੂੰ ਉੱਥੋਂ ਆਉਂਦੇ ਹੋਏ ਪੈਸੇ ਲਗਾਉਣ ਦੀ ਜ਼ਰੂਰਤ ਨਹੀਂ ਹੈ, ਉਹੀ ਪੈਸਿਆਂ ਦੇ ਵਿੱਚ ਉਹ ਉਹਨਾਂ ਦਾ ਕੰਮ ਕਰਵਾ ਦਿੰਦੇ ਨੇ, ਉਹਨਾਂ ਨੂੰ ਸਰਵਿਸਿਜ਼ ਆਪਣੀਆਂ ਪ੍ਰੋਵਾਈਡ ਕਰਵਾ ਦਿੰਦੇ ਨੇ, ਅਤੇ ਜੋ ਵੀ ਉਹਨਾਂ ਦੇ ਕੇਸ ਆ ਉਹ ਸੋਲਵ ਕਰਵਾ ਦਿੰਦੇ ਨੇ। ਅਤੇ ਇੱਥੇ ਅਸੀਂ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ, ਅਤੇ ਬ੍ਰੇਕ ਦੇ ਬਾਅਦ ਫਿਰ ਆਵਾਂਗੇ ਅਤੇ ਉਹਨਾਂ ਤੋਂ ਅਸੀਂ ਜਾਣਾਂਗੇ ਕੈਨੇਡਾ ਦੇ ਵਿੱਚ ਉਹ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਨੇ, ਅਤੇ ਉਹਨਾਂ ਦੇ ਜਿੰਨੇ ਵੀ ਆਫਿਸਿਸ ਆ ਉਹ ਕਿਸ ਚੀਜ਼ ਦੇ ਨੇ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡੀ ਹੋਸਟ ਰਾਖੀ, ਅਤੇ ਜਿੱਦਾਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਬੋਬੀ ਟਠੋਣਿਆਂ ਦੇ ਨਾਲ, ਉਹਨਾਂ ਨੇ ਆਪਣੀਆਂ ਸਰਵਿਸਿਜ਼ ਬਾਰੇ ਸਾਨੂੰ ਜਾਣਕਾਰੀ ਦਿੱਤੀ ਕਿ ਉਹ ਸਾਊਥ ਅਮਰੀਕਾ ਦੇ ਵਿੱਚ ਕਿਹੜੀਆਂ ਸਰਵਿਸਿਜ਼ ਅਤੇ ਕਿੰਨੀਆਂ ਸਹੂਲਤਾਂ ਦੇ ਨਾਲ ਪ੍ਰੋਵਾਈਡ ਕਰਵਾਉਂਦੇ ਨੇ। ਆਓ ਅਸੀਂ ਚੱਲਦੇ ਹਾਂ ਦੁਬਾਰਾ ਬੋਬੀ ਟਠੋਣਿਆਂ ਕੋਲ, ਅਤੇ ਉਹਨਾਂ ਤੋਂ ਜਾਣਦੇ ਹਾਂ ਵੀ ਉਹਨਾਂ ਦੇ ਜਿਹੜੇ ਕੈਨੇਡਾ ਦੇ ਵਿੱਚ ਆਫਿਸਿਸ ਨੇ ਉਹ ਕਿਸ ਤਰੀਕੇ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਨੇ। ਬੋਬੀ ਜੀ, ਤੁਹਾਡਾ ਫਿਰ ਤੋਂ ਇੱਕ ਵਾਰ ਬ੍ਰੇਕ ਦੇ ਬਾਅਦ ਸਵਾਗਤ ਹੈ ਸ਼ੋਅ ਦੇ ਵਿੱਚ। ਅਤੇ ਮੈਂ ਤੁਹਾਡੇ ਤੋਂ ਹੁਣ ਜਾਣਨਾ ਚਾਹੂੰਗੀ ਵੀ ਜਿਹੜੇ ਤੁਹਾਡੇ ਆਫਿਸਿਸ ਕੈਨੇਡਾ ਦੇ ਵਿੱਚ ਨੇ ਇਹ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਨੇ? ਹਾਂਜੀ, ਜਿਵੇਂ ਤਾਂ TRG ਲੀਗਲ ਸਰਵਿਸਿਜ਼ ਦੀ ਮੈਂ ਗੱਲ ਕੀਤੀ ਸੀਗੀ, ਇਹ ਪੈਰਾਲੀਗਲ ਫਰਮ ਹੈ ਜੀ। ਉਹ ਇਹਦੇ 'ਚ ਤੁਸੀਂ ਐਕਸੀਡੈਂਟ ਬੈਨੀਫਿਟ ਲੈ ਲਓ, ਸ਼ੋਰਟ ਟਰਮ ਡਿਸੇਬਿਲਿਟੀ ਲੈ ਲਓ, ਸਮਾਲ ਕਲੇਮਸ ਕੋਰਟ, ਲੈਂਡਲੋਰਡ ਟੈਨੈਂਟ ਬੋਰਡ ਹੋ ਗਿਆ, WSIB, CPP, ਲੌਂਗ ਟਰਮ ਡਿਸੇਬਿਲਿਟੀ, ਲੇਬਰ ਬੋਰਡ ਡਿਸਪਿਊਟ। ਸੋ ਐਨੀ ਜਿਹੜੀ ਕਿ ਅਪ ਟੂ $35,000 ਤੱਕ ਦੇ ਜਿਹੜੇ ਕਲੇਮ ਹੁੰਦੇ ਨੇ, ਸਮਾਲ ਕਲੇਮਸ ਕੋਰਟਸ ਅਸੀਂ ਉਹਨਾਂ ਦੀ ਜਿਹੜੀ ਕਿ ਕਰਦੇ ਹਾਂ, ਟ੍ਰੈਫਿਕ ਕੋਰਟ ਵੀ ਲੈ ਲੈਂਦੇ ਉਹ 'ਚ। ਫਿਰ ਆ ਜਾਂਦੀ ਹੈ ਜੀ ਜੂਰਿਸ ਲਿਟੀਗੇਟਰਸ, LLP, ਉਹ ਜਿਹੜੀ ਲਿਟੀਗੇਸ਼ਨ ਫਰਮ ਹੈਗੀ ਸਾਡੀ ਜੀ। ਉਹਦੇ ਵਿੱਚ ਜਿਹੜਾ ਕਿ ਟੋਟ ਕਲੇਮ ਕਹਿ ਦਿੰਦੇ ਹਾਂ, ਕੋਈ ਵੀ ਕਾਰ ਐਕਸੀਡੈਂਟ 'ਚ ਅਗਰ ਤੁਸੀਂ ਕਿਸੇ ਨੂੰ ਵੀ ਸੂ ਕਰਦੇ ਆ, ਉਹਦੀ ਸਰਵਿਸ ਪ੍ਰੋਵਾਈਡ ਕਰੀ ਦੀ ਅਸੀਂ। ਐਨੀਵੇਅਰ ਤੁਸੀਂ 5 ਲੱਖ ਤੋਂ ਲੈ ਕੇ 50 ਮਿਲੀਅਨ ਤੱਕ ਜਿਹੜਾ ਕਲੇਮ ਹੈਗਾ ਆ, ਕੋਈ ਵੀ ਅਮਾਊਂਟ ਇਜ਼ ਨਾਟ, ਮੈਂ ਲਿਮਿਟ ਨਹੀਂ ਕਰ ਰਿਹਾ। ਫਿਰ ਆ ਜਾਂਦੀ ਆ ਉਹ ਤੋਂ ਇਲਾਵਾ ਰੀਅਲ ਸਟੇਟ ਦੀ ਕਲੋਜ਼ਿੰਗ ਦੀ ਗੱਲ ਲੈ ਲਈਏ, ਟ੍ਰਾਂਜੈਕਸ਼ਨ ਦੀ, ਜਾਂ ਰੀਫਾਈਨੈਂਸਿੰਗ ਹੋ ਗਈ ਆ, ਜਾਂ ਤੁਹਾਡੀ ਕੋਈ ਵੀ ਰੀਅਲ ਸਟੇਟ ਤੋਂ ਬਾਅਦ ਦੀ ਲਿਟੀਗੇਸ਼ਨ ਹੁੰਦੀ ਹੈ। ਕਿਉਂਕਿ ਬਹੁਤ ਸਾਡੇ ਇਸ ਕਿੱਤੇ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਕਰਦੇ ਨੇ ਲੀਗਲ ਇੰਡਸਟਰੀ 'ਚ ਕੰਮ, ਸਾਨੂੰ ਕਾਫੀ ਕੇਸ ਰਿਫਰਡ ਕਰਦੇ ਨੇ, ਕਿਉਂਕਿ ਜ਼ਿਆਦਾਤਰ ਰੀਅਲ ਸਟੇਟ ਜਿਹੜੀ ਫਰਮਸ ਹੈਗੀਆਂ ਨੇ ਉਹ ਲਿਟੀਗੇਸ਼ਨ ਨਹੀਂ ਕਰਦੀਆਂ ਜੀ। ਪਰ ਸਾਡਾ ਇਹ ਹੁੰਦਾ ਹੈ ਕਿ ਦੇਖੋ ਕਲਾਇੰਟ ਨੂੰ ਕਦੀ ਵੀ ਕੋਈ ਪ੍ਰੋਬਲਮ ਆ ਸਕਦੀ ਹੈ, ਸੋ ਅਸੀਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰੀ ਦੀ ਹੈ ਜੀ।
ਫੈਮਿਲੀ ਲਾ ਮੈਟਰ ਆ ਜਾਂਦਾ ਆ, ਕੰਟੈਸਟਡ ਹੋਵੇ ਅਨਕੰਟੈਸਟਡ ਹੋਵੇ, ਫੈਮਿਲੀ ਡਿਸਪਿਊਟ ਆਪਾਂ ਜਿੱਦਾਂ ਚਾਈਲਡ ਅਬਿਊਜ਼ ਕਹਿ ਦਿੰਦੇ ਆ, ਚਾਈਲਡ ਕਸਟਡੀ ਕਹਿ ਦਿੰਦੇ ਆ, ਕੋਈ ਵੀ ਇਹੋ ਜਿਹਾ ਹੈਗਾ ਆ ਅਸੀਂ ਉਹ ਵੀ ਕਰੀਦੀ ਆ। ਦੈਨ ਅਗਰ ਉਹਨਾਂ ਨੂੰ ਫੈਮਿਲੀ ਕੇਸਿਸ ਦੇ ਵਿੱਚ ਬਾਹਰਲੇ ਕਿਸੇ ਵੀ ਸਾਡੇ ਫਰਮਸ ਦੀ ਕਿਸੇ ਭੈਣ ਭਰਾ ਦੀ ਇਸ਼ੂ ਹੈਗਾ ਕਿ ਉਹਨਾਂ ਨੇ ਕੋਈ ਮੀਡੀਏਸ਼ਨ ਕਰਨੀ ਫੈਮਿਲੀ ਵਿੱਚ, ਅਸੀਂ ਸਰਟੀਫਾਈਡ ਫੈਮਿਲੀ ਮੀਡੀਏਟਰ ਵੀ ਹੈਗੇ ਜੀ, ਜਿਹੜੇ ਕਿ ਅਸੀਂ ਉਹਨਾਂ ਨੂੰ ਮੀਡੀਏਸ਼ਨ ਸਪਲਾਈ ਕਰੀਦੀ ਆ। ਦੂਸਰੀ ਫਰਮਸ ਸਾਨੂੰ ਕਲਾਇੰਟ ਕਹਿੰਦੇ ਆ ਕੇ ਸਾਡੇ ਕੋਲ ਆਫਿਸ ਆਉਂਦੇ ਮੀਡੀਏਸ਼ਨ ਕਰਦੇ ਨੇ ਸਾਡੇ ਨਾਲ। ਫਿਰ ਉਹ ਤੋਂ ਇਲਾਵਾ ਅਸੀਂ ਜਿਹੜਾ ਕਿ ਰੀਸੈਂਟਲੀ ਜਿਹੜਾ ਸ਼ੁਰੂ ਕੀਤਾ ਅਸੀਂ ਇਮੀਗ੍ਰੇਸ਼ਨ ਲਾਅ ਦੀ ਜਿਹੜੀ ਜੁਡੀਸ਼ੀਅਲ ਰਿਵਿਊ ਹੋ ਗਈ ਆ, ਕੋਈ ਅਪੀਲਸ ਹੋ ਗਈਆਂ ਨੇ, ਐਨੀਥਿੰਗ ਟੂ ਡੂ ਵਿਦ ਦ ਲਿਟੀਗੇਸ਼ਨ ਸਾਈਡ ਆ ਜਾਂਦੀ, ਅਸੀਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰੀਦੀ ਆ ਜੀ। ਅਸੀਂ ਕ੍ਰਿਮੀਨਲ ਕੋਰਟਸ ਮੈਟਰਸ ਜਿਹੜੇ ਹੈਗੇ ਨੇ, ਐਨੀਥਿੰਗ ਟੂ ਡੂ ਵਿਦ ਅਸੌਲਟ ਐਂਡ ਬੈਟਰੀ ਲੈ ਲਓ, ਕਿਸੇ ਦੀ ਕੁੱਟਮਾਰ ਤੋਂ ਲੈ ਕੇ ਫਸਟ ਡਿਗਰੀ ਮਰਡਰ ਚਾਰਜ ਲੈ ਲਓ। ਰੀਸੈਂਟਲੀ ਸਾਡੇ ਕੋਲ ਅੰਡਰ ਦ ਟੈਰਰਿਸਟ ਐਕਟ ਦੇ ਵਿੱਚ ਵੀ ਸਾਡੇ ਕੋਲ ਕੇਸ ਆਇਆ ਸੀਗਾ। ਸੋ ਕਿਤੇ ਕਿਸੇ ਤਰੀਕੇ ਦਾ ਡਿਪੈਂਡ, ਉਹਦੀ ਕੋਈ ਇਹ ਨਹੀਂ ਹੈਗਾ ਕਿ ਇਹ ਛੋਟਾ ਕੇਸ ਹੈ ਜਾਂ ਵੱਡਾ ਕੇਸ ਆ। ਕਲਾਇੰਟ ਜਿਹੜਾ ਹੈਗਾ ਉਹ ਰੱਬ ਦਾ ਰੂਪ ਹੈ ਜੀ, ਅਸੀਂ ਅਗਰ ਹੈਲਪ ਕਰ ਸਕਦੇ ਕਰਾਂਗੇ, ਅਗਰ ਨਹੀਂ ਤਾਂ ਉਹਨਾਂ ਨੂੰ ਪ੍ਰੋਪਰ ਐਡਵਾਈਸ ਜ਼ਰੂਰ ਦੇਵਾਂਗੇ ਤੁਹਾਡੇ ਲਈ ਆਹ ਜਿਹੜੀ ਸੋਲੂਸ਼ਨ ਉਹ ਬੈਸਟ ਰਹੂਗਾ ਜੀ। ਜੀ, ਜਿੱਦਾਂ ਹੁਣੇ ਤੁਸੀਂ ਮੈਂਸ਼ਨ ਕੀਤਾ ਵੀ ਤੁਸੀਂ ਇਮੀਗ੍ਰੈਂਟਸ ਦੀ ਵੀ ਹੈਲਪ ਕਰਦੇ ਹੋ, ਉਹਨਾਂ ਲਈ ਵੀ ਤੁਸੀਂ ਹੁਣੇ ਰੀਸੈਂਟਲੀ ਸਰਵਿਸਿਜ਼ ਸਟਾਰਟ ਕੀਤੀਆਂ ਨੇ। ਮੈਨੂੰ ਥੋੜ੍ਹਾ ਜਿਹਾ ਤੁਸੀਂ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸੋਗੇ ਵੀ ਤੁਸੀਂ ਕਿਹੜੀਆਂ ਸਰਵਿਸਿਜ਼ ਸਟਾਰਟ ਕੀਤੀਆਂ ਨੇ ਅਤੇ ਹਾਊ ਇਟ ਵਰਕਸ? ਦੇਖੋ, ਜਿਹੜੀ ਇਮੀਗ੍ਰੇਸ਼ਨ ਦੇ ਵਿੱਚ ਆਪਾਂ ਕਹਿ ਦਿੰਦੇ ਕਿ ਇਮੀਗ੍ਰੇਸ਼ਨ ਜਿਹੜਾ ਲਾਅ ਹੈਗਾ ਆ ਜੀ, ਯੂਜਲੀ ਹਰ ਮਹੀਨੇ ਕੋਈ ਨਾ ਕੋਈ ਟਵੀਕ ਆਉਂਦੀ ਹੈ। ਟਵੀਕ ਦਾ ਮਤਲਬ ਹੈਗਾ ਕਿ ਇਹਨੂੰ ਚੇਂਜ ਜ਼ਰੂਰ ਕਰਦੇ ਨੇ, ਇਹ ਅਪ ਐਂਡ ਡਾਊਨ ਆਉਂਦਾ ਹੈਗਾ ਆ। ਹੁਣ ਰੀਸੈਂਟਲੀ ਸਟੂਡੈਂਟਸ ਦੀ ਆਪਾਂ ਗੱਲ ਕਰ ਲੈਂਦੇ, ਜਿੰਨੇ ਸਾਡੇ ਭੈਣ ਭਰਾ ਸਟੂਡੈਂਟਸ ਹੈਗੇ ਨੇ, ਔਨਲਾਈਨ ਕਲਾਸਿਸ ਜਿਹੜੀਆਂ ਅਲਾਊਡ ਨਹੀਂ ਸੀਗੀਆਂ ਜੀ। ਤੁਸੀਂ ਅਗਰ ਔਨਲਾਈਨ ਕਰਦੇ ਆ ਤਾਂ ਡਜ਼ਨਟ ਕੰਸੀਡਰ ਟੂ ਬੀ ਫੁੱਲ ਟਾਈਮ ਨਹੀਂ ਮੰਨਿਆ ਜਾ। ਹੁਣ ਉਹਨਾਂ ਨੇ ਉਹ ਵੀ ਚੇਂਜ ਕਰ ਦਿੱਤਾ ਆ ਜੀ। ਅਸੀਂ ਉਹਦੇ ਵਿੱਚ ਕੀ ਹੋਇਆ ਸੀਗਾ, ਜਦੋਂ ਉਹਨਾਂ ਦੀ ਔਨਲਾਈਨ ਕਲਾਸਿਸ ਦੀ ਇਸ਼ੂ ਆਏ ਆ, ਰੈਸਟ੍ਰੇਸ਼ਨ ਆਫ ਸਟੇਟਸ ਦੀ ਇਸ਼ੂ ਆਇਆ ਕਿ ਉਹਨਾਂ ਦੇ ਸਟੇਟਸ ਜਿਹੜੇ ਸੀਗੇ ਉਹ ਖੋਲ੍ਹੇ ਗਏ ਸੀਗੇ ਜੀ, ਅਤੇ ਅਸੀਂ ਉਹਨਾਂ ਦੀ ਹੈਲਪ ਕੀਤੀ ਆ ਰਿਸਟੋਰ ਕਰਨ ਦੀ। ਕਿਸੇ LMI ਜਾਂ PNP ਦੀ ਹੋ ਜਾਂਦਾ ਇਸ਼ੂ ਕੋਈ ਵੀ। ਹੁਣ ਅੱਜ ਦਾ ਇੱਕ ਸੀਗਾ ਕੇਸ, ਉਹਨਾਂ ਦੀ ਮਿਸਰੈਪ੍ਰਜੈਂਟੇਸ਼ਨ ਸੀਗੀ ਐਪਲੀਕੇਸ਼ਨ 'ਤੇ, ਜਦੋਂ ਉਹਨਾਂ ਨੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸਭ ਕੁਛ ਹੋ ਗਿਆ, ਉਹ ਮੈਰਿਟ ਸੀਗੇ ਅਤੇ ਉਹਨਾਂ ਨੇ ਸਿੰਗਲ ਲਿਖ ਦਿੱਤਾ ਸੀਗਾ ਜੀ, ਅਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਓਪਨ ਵਰਕ ਪਰਮਿਟ ਆ ਉਹ ਡਿਨਾਈ ਹੋ ਗਿਆ ਉਸ ਬੇਸਿਸ ਆਫ ਦੈਟ। ਅਤੇ ਉਹਨਾਂ ਦੀ ਜਿਹੜੀ ਅਸੀਂ ਹੈਲਪ, ਉਹਨਾਂ ਦੀ ਅਸੀਂ ਅੱਜ ਪ੍ਰੋਸੈਸ ਸ਼ੁਰੂ ਕੀਤਾ ਆ ਜੀ। ਅਤੇ ਕਿਸੇ ਤਰੀਕੇ ਦਾ ਕੋਈ ਵੀ ਇਮੀਗ੍ਰੇਸ਼ਨ ਜਿਹੜਾ ਮੈਟਰ ਹੈਗਾ ਆ ਸਾਡੇ ਭੈਣ ਭਰਾਵਾਂ ਦਾ, ਉਹ ਅਸੀਂ ਓਪਨ ਡੋਰ, ਸਾਡੀ ਪਾਲਿਸੀ ਦਾ ਮਤਲਬ ਇਹ ਹੈਗਾ ਕਿ ਅਸੀਂ ਪ੍ਰੋਪਰ ਐਡਵਾਈਸ ਦੇਈਦੀ ਉਹਨਾਂ ਨੂੰ, ਕਿਉਂਕਿ ਇਮੀਗ੍ਰੇਸ਼ਨ ਜਿਹੜੀ ਇਹੋ ਜਿਹੀ ਫੀਲਡ ਆ, ਗਲਤ ਡਿਸੀਜ਼ਨ ਲਿਆ ਹੈ ਕਿਸੇ ਦੀ ਜਿਹੜੀ ਫਿਊਚਰ ਖਰਾਬ ਹੋ ਜਾਂਦਾ ਜੀ। ਬਿਲਕੁਲ ਡਿਪੋਰਟ ਹੋ ਸਕਦੇ ਨੇ। ਮੈਂ ਵੈਸੇ ਕਲਾਇੰਟ ਨੂੰ ਅਸੀਂ ਇਹ ਜ਼ਰੂਰ ਦਿਲਾਸਾ ਦੇਈਦਾ ਆ ਕਿ ਕੈਨੇਡਾ ਆਉਣਾ ਸੌਖਾ ਆ, ਇਹਨੂੰ ਇੱਥੋਂ ਕੱਢਣਾ ਬਹੁਤ ਔਖਾ ਜੀ। ਜੀ ਬਿਲਕੁਲ, ਇੱਥੇ ਰੱਖਣ ਦੇ ਰਾਹ ਅਸੀਂ ਬਹੁਤ ਲੱਭ ਲਾਂਗੇ ਤੁਹਾਡੇ ਵਾਸਤੇ ਜੀ। ਅਤੇ ਇੱਕ ਅੱਛੀ ਫੀਲਡ ਹੈ, ਚੈਲੰਜਿੰਗ ਫੀਲਡ ਹੈ ਜੀ, ਸਾਨੂੰ ਅੱਛਾ ਲੱਗ ਰਿਹਾ ਲਿਟੀਗੇਸ਼ਨ ਦੇ ਵਿੱਚ ਵੀ। ਇਹ ਜਿਹੜਾ ਅਸੀਂ ਕੀਤਾ ਸ਼ੁਰੂ, ਮੈਜੋਰਟੀ ਕੇਸ ਜਿਹੜੇ ਯੂਨੀਕ ਹੁੰਦੇ ਨੇ, ਕਿਉਂਕਿ ਹਰੇਕ ਦੀ ਜਿਹੜੀ ਬੈਕਗਰਾਊਂਡ ਯੂਨੀਕ ਹੈ ਜੀ, ਅਤੇ ਉਹਨਾਂ ਦੀ ਜਿਹੜੀ ਲਿਟੀਗੇਸ਼ਨ ਯੂਨੀਕ ਹੁੰਦੀ ਹੈ ਅਤੇ ਆਊਟਕਮ ਵੀ ਬੜਾ ਯੂਨੀਕ। ਔਰ ਜਦੋਂ ਕਿਸੇ ਦਾ ਸਕਸੈਸਫੁਲ ਕਰੀਦਾ, ਸਾਨੂੰ ਦਿਲੋਂ ਖੁਸ਼ੀ ਹੁੰਦੀ ਹੈ ਜਦੋਂ ਖੁਸ਼ ਹੁੰਦੇ ਨੇ ਜੀ। ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਹੁਣੇ ਇਮੀਗ੍ਰੈਂਟਸ ਲਈ ਤੁਸੀਂ ਕਾਫੀ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਹੋ, ਉਹਦੇ ਵਿੱਚ ਸਭ ਤੋਂ ਚੈਲੰਜਿੰਗ ਤੁਹਾਨੂੰ ਕਿਹੜਾ ਪਾਰਟ ਲੱਗਦਾ ਆ? ਉਹਨਾਂ ਨੂੰ ਉਹਨਾਂ ਦਾ ਇੱਥੇ ਸਟੇਟਸ ਜਿਹੜਾ ਹੈਗਾ ਆ ਉਹਨੂੰ ਕੰਟੀਨਿਊ ਰੱਖਣ ਲਈ ਕਿਹੜਾ ਸਭ ਤੋਂ ਚੈਲੰਜਿੰਗ ਪਾਰਟ ਹੁੰਦਾ ਉਹਦੇ ਵਿੱਚ? ਸਭ ਤੋਂ ਚੈਲੰਜਿੰਗ ਪਾਰਟ ਜੀ, ਵੈਸੇ ਮੈਂ ਪਹਿਲੀ ਗੁਸਤਾਖੀ ਜਿਹੜੀ ਮੈਂ ਮਾਫੀ ਮੰਗੂੰਗਾ ਜੀ। ਸਭ ਤੋਂ ਚੈਲੰਜਿੰਗ ਇਹ ਹੈਗਾ ਕਿ ਜਦੋਂ ਬਾਹਰੋਂ ਕੋਈ ਗਲਤ ਐਡਵਾਈਸ ਦਿੱਤੀ ਹੁੰਦੀ ਹੈ ਉਹਨਾਂ ਨੂੰ ਜੀ, ਅਤੇ ਉਹਨਾਂ ਨੂੰ ਕਨਵੇ ਕਰਨਾ ਹੈ ਕਿ ਇਹ ਜਿਹੜੀ ਐਡਵਾਈਸ ਦਿੱਤੀ ਗਈ ਹੈ ਇਹ ਗਲਤ ਹੈ ਜੀ, ਤੁਹਾਡੇ ਲਈ ਆਪ ਬੈਸਟ ਹੈਗੀ ਆ ਜੀ। ਕਲਾਇੰਟ ਨੂੰ ਜਿਹੜਾ ਕਨਵਿੰਸ ਕਰਨਾ, ਦੇਖੋ ਉਹਨਾਂ ਦੀ ਇੱਕ ਫਿਊਚਰ 'ਤੇ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ। ਕਈ ਵਾਰੀ ਅਸੀਂ ਬਿਜ਼ਨਸ ਇਕੱਠਾ ਕਰਨ ਵਾਸਤੇ ਅਸੀਂ ਕਲਾਇੰਟ ਨੂੰ ਗਲਤ ਸਲਾਹ ਦਿੱਤੀ ਜਾਂਦੀ ਬਾਹਰ, ਜਿਹੜਾ ਕਿ ਅੱਛੀ ਗੱਲ ਨਹੀਂ ਚਾਰ ਪੈਸੇ ਵਾਸਤੇ। ਈਵਨ ਕਿ ਅੱਜ ਵਾਲੇ ਕਲਾਇੰਟ ਨੂੰ ਵੀ ਇਹੀ ਸਲਾਹ ਦਿੱਤੀ ਗਈ ਸੀਗੀ ਕਿ ਤੁਸੀਂ ਰਿਫਿਊਜੀ ਕਲੇਮ ਕਰ ਦਿਓ। ਐਂਡ ਕੋਈ ਸੈਂਸ ਨਹੀਂ ਬਣਦੀ ਸੀਗੀ। ਦੇਖੋ ਜੀ, ਉਹ ਲਾਸਟ ਰਿਸੋਰਸਿਸ ਨੇ, ਮੈਂ ਨਹੀਂ ਉਸ ਚੀਜ਼ ਦੇ ਹੱਕ 'ਚ। ਅਤੇ ਉਹ ਇਹ ਜਿਹੜੀ ਕਲਾਇੰਟ ਨੂੰ ਅੱਛੀ ਚੀਜ਼ ਸਮਝਾਉਣੀ ਕਈ ਵਾਰੀ ਉਹ ਬਹੁਤ ਚੈਲੰਜਿੰਗ ਹੈ ਜੀ। ਕੰਮ ਕੋਈ ਚੈਲੰਜਿੰਗ ਨਹੀਂ ਗਾ। ਦੇਖੋ ਕੰਮ ਜਿਹੜਾ ਆ, ਜਦੋਂ ਅਸੀਂ ਕਰਨਾ ਹੀ ਇਹ ਹੈ ਜੀ,
ਤੇ ਸਵੇਰੇ ਹੋਵੇ ਰਾਤ ਹੋਵੇ ਤੇ ਕੋਈ ਨਹੀਂ ਹੈਗਾ ਜੀ। ਤੇ ਬਸ ਸਾਡਾ ਮੇਨ ਚੈਲੰਜ ਹੀ ਹੁੰਦਾ ਹੈ ਕਿ ਕਨਵਿੰਸਿੰਗ ਦਾ ਕਲਾਇੰਟ ਕਿ ਤੁਹਾਡੇ ਲਈ ਬੈਸਟ ਰੂਟ ਜਿਹੜਾ ਅਸੀਂ ਚੂਜ਼ ਕੀਤਾ ਆ ਉਹ ਆ ਹੈਗਾ ਜੀ। ਜੀ ਬਿਲਕੁਲ, ਮੈਂ ਵੀ ਆਪਣੇ ਦਰਸ਼ਕਾਂ ਨੂੰ ਇਹੀ ਕਹੂੰਗੀ ਵੀ ਜੇ ਤੁਸੀਂ ਕਿਸੇ ਦੇ ਵੀ ਕੋਲ ਜਾਂਦੇ ਹੋ, ਕੋਈ ਵੀ ਲਾਇਰ ਹੋਵੇ, ਚਾਹੇ ਉਹ ਬੋਬੀ ਟੁਟੋਨੀ ਹੋਣ, ਚਾਹੇ ਕੋਈ ਵੀ ਲਾਇਰ ਹੋਵੇ, ਉਹਨਾਂ ਤੋਂ ਸਲਾਹ ਲੈਣੀ ਬਹੁਤ ਜ਼ਰੂਰੀ ਆ, ਲੇਕਿਨ ਸਲਾਹ ਦੇ ਬਾਅਦ ਆਪਣਾ ਸੋਚ ਵਿਚਾਰ ਵੀ ਉਹਦੇ ਉੱਤੇ ਬਹੁਤ ਜ਼ਰੂਰੀ ਆ ਵੀ ਤੁਹਾਡੇ ਲਈ, ਤੁਹਾਡੇ ਫਾਇਦੇ ਲਈ ਇਹ ਚੀਜ਼ ਸਹੀ ਹੈ ਅੰਡਰ ਦ ਰੂਲਸ ਐਂਡ ਰੈਗੂਲੇਸ਼ਨ ਜਾਂ ਨਹੀਂ ਹੈ। ਕਿਉਂਕਿ ਨਾਰਥ ਅਮਰੀਕਾ ਮੇਰੇ ਹਿਸਾਬ ਨਾਲ ਇੱਕ ਇਹੋ ਜਿਹੀ ਕੰਟਰੀ ਆ ਸਰ ਜਿੱਥੇ ਰੂਲਸ ਐਂਡ ਰੈਗੂਲੇਸ਼ਨਸ ਦੇ ਉੱਤੇ ਹੀ ਸਾਰਾ ਦੇਸ਼ ਚੱਲ ਰਿਹਾ। ਬਿਲਕੁਲ ਜੀ, ਬਿਲਕੁਲ। ਦੇਖੋ ਰੂਲਸ ਹੈਗੇ ਨੇ ਐਂਡ ਦੇਅਰ ਟੂ ਬੀ ਮੇਨਟੇਨਡ। ਬਿਲਕੁਲ। ਐਂਡ ਉਹਨਾਂ ਨੂੰ ਅਡਰ ਵੀ ਕਰਨਾ ਚਾਹੀਦਾ, ਉਹਨੂੰ ਦੇਖਣਾ ਹੀ ਚਾਹੀਦਾ। ਅਤੇ ਸਾਨੂੰ ਅਸੀਂ ਰੂਲ ਦੇ ਥੱਲੇ ਰਵਾਂਗੇ ਤਾਂ ਜ਼ਿੰਦਗੀ ਵੀ ਸੁਖਾਲੀ ਹੋ ਜਾਂਦੀ ਹੈ ਜੀ। ਜੀ ਬਿਲਕੁਲ, ਜਿੱਦਾਂ ਬੋਬੀ ਟੁਟੋਨਿਆ ਨੇ ਵੀ ਮੇਰੇ ਨਾਲ ਹਾਮੀ ਭਰੀ ਹੈ ਇਸ ਗੱਲ ਦੇ ਵਿੱਚ ਵੀ ਅਸੀਂ ਜੇ ਰੂਲਸ ਐਂਡ ਰੈਗੂਲੇਸ਼ਨਸ ਆਪਣੇ ਪ੍ਰੋਪਰ ਫੋਲੋ ਕਰਨਗੇ ਅਤੇ ਅਸੀਂ ਇਸ ਦੇਸ਼ ਦੇ ਵਿੱਚ ਓਨੇ ਹੀ ਖੁਸ਼ ਰਹਿ ਸਕਣਗੇ ਅਤੇ ਓਨੇ ਹੀ ਵਧੀਆ ਰਹਿ ਸਕਣਗੇ। ਅਤੇ ਹੁਣ ਮੈਂ ਬੋਬੀ ਟੁਟੋਨਿਆ ਦਾ ਵੀ ਸ਼ੁਕਰੀਆ ਕਰੂੰਗੀ ਇਸ ਸ਼ੋਅ ਦੇ ਵਿੱਚ ਆਉਣ ਲਈ। ਅਸੀਂ ਸਰ ਤੁਹਾਨੂੰ ਫਿਰ ਮਿਲਾਂਗੇ ਨੈਕਸਟ ਵੀਕ। ਅਤੇ ਆਪਣੇ ਦਰਸ਼ਕਾਂ ਨੂੰ ਵੀ ਕਹੂੰਗੀ ਕੀਪ ਵਾਚਿੰਗ ਪ੍ਰਵਾਸੀ TV। ਮੈਨੂੰ ਦਿਓ ਹੁਣ ਇਜਾਜ਼ਤ। ਧੰਨਵਾਦ।